ਸੋ ਅੱਜ ਖੇਤ ਆਏ ਹਾਂ। ਖੇਤ ਆਉਣ ਦੇ ਨਾਲ ਹੀ ਪੈਡੀ ਸੀਜ਼ਨ ਹੈ ਅਤੇ ਕਈ ਪ੍ਰੋਬਲਮਸ ਮੈਨੂੰ ਦੱਸਣ ਦਾ ਮਨ ਹੈ ਕਿ ਮੈਂ ਆਪਦੇ ਵਲੋਗ ਰਾਹੀਂ ਦੱਸ ਸਕਾਂ। ਜੋ ਇਸ ਟਾਈਮ ਦਿੱਲੀ ਤਾਂ ਅਸੀਂ ਪਹਿਲਾਂ ਹੀ ਬੈਠੇ ਹਾਂ, ਦਿੱਲੀ ਬੈਠਣ ਦੇ ਨਾਲ ਅਸੀਂ ਕੀ ਪ੍ਰੋਬਲਮਸ ਫੇਸ ਕਰ ਰਹੇ ਇਸ ਟਾਈਮ। ਇੱਥੇ ਸਾਡੇ ਕੁਛ ਲੋਕ ਦਿੱਲੀ ਬੈਠ ਕੇ ਆਪਦਾ ਧਰਨਾ, ਆਪਦਾ ਮੁਜ਼ਾਹਰਾ ਚਲਾ ਰਹੇ ਆ ਆਪਣੀਆਂ ਮੰਗਾਂ ਲਈ, ਕਿਉਂਕਿ ਅਸੀਂ ਉੱਥੇ ਨਾ ਜਾਂਦੇ ਤਾਂ ਸ਼ਾਇਦ ਹੁਣ ਤੱਕ ਤਬਾਹ ਪਹਿਲਾਂ ਹੀ ਹੋ ਗਏ ਹੁੰਦੇ। ਸੋ ਬੜਾ ਧੰਨਵਾਦ ਆ ਉਹਨਾਂ ਸਾਰੇ ਵਡੇਰਿਆਂ ਦਾ, ਨਾਲਦਿਆਂ ਦਾ, ਛੋਟਿਆਂ ਦਾ, ਜਿਹੜੇ ਉੱਥੇ ਬੈਠਦੇ ਆਪਣੀ ਜਿਹੜੀ ਜੰਗ ਆ ਉਹ ਉਹਨਾਂ ਨੇ ਚਲਾਈ ਹੋਈ ਆ। ਸੋ ਇਹਦੇ 'ਤੇ ਵੀ ਗੱਲ ਕਰਾਂਗੇ, ਇਲੈਕਟ੍ਰੀਸਿਟੀ 'ਤੇ ਵੀ ਗੱਲ ਕਰਾਂਗੇ। ਜੋ ਇੱਥੇ ਇਸ ਟਾਈਮ ਫਾਰਮ ਸੈਕਟਰ ਦੀ ਇਲੈਕਟ੍ਰੀਸਿਟੀ ਦਾ ਹਾਲ ਹੋਇਆ ਪਿਆ। ਤਾਂ ਗੱਲ ਇਸ ਤਰ੍ਹਾਂ ਕਿ ਪਹਿਲਾਂ ਤਾਂ ਚਲੋ ਦਿੱਲੀ ਘੇਰੀ, ਅਸੀਂ ਕਿਹੜੇ ਮੁੱਦਿਆਂ ਲਈ ਘੇਰੀ, ਆਈ ਥਿੰਕ ਉਹਦੇ ਲਈ ਇਨਫ ਬੋਲ ਦਿੱਤਾ ਗਿਆ ਸਾਰਿਆਂ ਵੱਲੋਂ, ਸਾਰਿਆਂ ਨੂੰ ਪਤਾ। ਹੁਣ ਕੀ ਹੋਇਆ ਉਸ ਤੋਂ ਬਾਅਦ ਸਾਨੂੰ ਗੋਡੇ ਲੱਗੇ ਸੀ, ਗੋਡੇ ਟੇਕ ਦੀਏ। ਸਾਨੂੰ DAP ਦੀ ਸ਼ਾਰਟੇਜ ਕੀਤੀ ਗਈ। DAP ਇੰਪੋਰਟ ਕੀਤੀ ਜਾਂਦੀ ਹੈ ਫਰੈਂਡਸ। ਉਹ ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਸਾਡੇ ਜਿਹੜਾ ਹੈਗਾ ਨਾ ਰੌਕ ਜਿਹਦੇ ਤੋਂ ਤਿਆਰ ਹੁੰਦੀ ਹੈ, ਰੌਕ ਫੋਸਫੇਟ ਹੁੰਦਾ ਆਈ ਥਿੰਕ, ਉਹ US 'ਚ ਬਹੁਤ ਵਧੀਆ ਕੁਆਲਿਟੀ ਦਾ ਪਾਇਆ ਜਾਂਦਾ। ਤਾਂ ਦੈਟਸ ਦਾ ਰੀਜ਼ਨ ਕਿ ਇਹਨੂੰ ਇੰਪੋਰਟ ਕਰਨਾ ਪੈਂਦਾ ਫੋਰਨ ਕੰਟਰੀਜ਼ ਤੋਂ ਜਾਂ US ਤੋਂ ਜਾਂ ਕਿਤੋਂ ਵੀ, ਤਾਂ ਕਿ DAP ਅੱਛੀ ਕੁਆਲਿਟੀ ਦੀ ਫਾਰਮਿੰਗ ਸੈਕਟਰ ਨੂੰ ਪ੍ਰੋਵਾਈਡ ਕੀਤੀ ਜਾਵੇ। ਤਾਂ DAP ਦੀ ਸ਼ਾਰਟੇਜ ਆਈ ਤਾਂ ਪ੍ਰਾਈਵੇਟ ਕੰਪਨੀਜ਼ ਨੇ ਇਹਨੂੰ ਧੰਦਾ ਬਣਾ ਲਿਆ। ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ, ਮੈਂ ਦੱਸ ਰਿਹਾ ਕਿਉਂਕਿ ਇਹ ਕਈਆਂ ਨੂੰ ਪਤਾ ਨਹੀਂ ਗਾ ਕਿ ਕਿਵੇਂ ਕਿਵੇਂ ਫੋਲੋ ਅਪ ਹੋਈਆਂ ਸਾਰੀਆਂ ਗੱਲਾਂ। ਤਾਂ ਪ੍ਰਾਈਵੇਟ ਕੰਪਨੀ ਨੇ ਕਿਹਾ ਲੈ ਬਈ ਸਾਡੀ ਬਣ ਕੇ ਗੱਲ। ਉਹਨਾਂ ਨੇ DAP ਲਿਖ ਕੇ ਅੰਦਰ ਪਤਾ ਨਹੀਂ ਕੀ ਪਾਉਣਾ ਸ਼ੁਰੂ ਕਰਤਾ। ਪ੍ਰਾਈਵੇਟ ਕੰਪਨੀਜ਼ ਨੇ ਮੁਨਾਫਾ ਜ਼ਰੂਰ ਕਮਾ ਲਿਆ, ਪਰ ਲੋਕਾਂ ਦੀਆਂ ਬਦਦੁਆਵਾਂ ਵੀ ਕਮਾਈਆਂ ਹੋਣਗੀਆਂ। ਉਹਨਾਂ ਨੂੰ ਹੌਲੀ ਹੌਲੀ ਸ਼ਾਇਦ ਇਹਦਾ ਅਹਿਸਾਸ ਹੋ ਜਾਊਗਾ। ਇਹੋ ਜਿਹੇ ਪੈਸੇ ਦਾ ਕੀ ਕਰੋਗੇ ਜਿਹੜਾ 2 ਨੰਬਰ ਦਾ, ਜਿਹੜਾ ਕਿਸੇ ਦੀ ਨੂੰ ਤਬਾਹੀ ਕਰ ਗਿਆ ਹੋਵੇ। ਕਈ ਕਿਸਾਨਾਂ 'ਤੇ ਕਰਜ਼ਾ ਚੜ੍ਹ ਗਿਆ ਹੋਊਗਾ, ਕਈ ਉਹਨਾਂ ਦੇ ਪੁੱਤਰ ਨਸ਼ੇ 'ਤੇ ਲੱਗ ਗਏ ਹੋਣਗੇ। ਤਾਂ ਇਹੋ ਜਿਹੇ ਪੈਸੇ ਨੂੰ ਤੁਸੀਂ ਕੀ ਕਰੋਗੇ, ਚੱਟੋਗੇ, ਮੈਨੂੰ ਨਹੀਂ ਪਤਾ। ਉਸ ਤੋਂ ਬਾਅਦ ਉਹ ਪ੍ਰਾਈਵੇਟ ਕੰਪਨੀ ਨੇ ਜਦੋਂ DAP ਭੇਜੀ, ਉਹਨਾਂ ਨੂੰ ਪੈਸੇ ਦੇ ਕੇ DAP ਤੋਂ ਖਰੀਦਣੀ ਪਈ ਮਹਿੰਗੇ ਭਾਵਾਂ 'ਤੇ। ਨਾਲ ਹੀ ਕੀ ਹੋ ਗਿਆ, ਉਹਦੇ DAP ਨੇ ਕੋਈ ਰਿਜ਼ਲਟ ਨਹੀਂ ਦਿੱਤਾ। DAP ਦੇ ਰਿਜ਼ਲਟ ਨਾ ਦੇਣ ਨਾਲ ਪੈਸੇ ਤਾਂ ਕੋਲੋਂ ਗਏ, ਨਾਲ ਹੀ ਜਿਹੜਾ ਕੁਆਂਟੀਟੀ ਆ, ਝਾੜ ਆ ਫਸਲਾਂ ਦਾ, ਉਹ ਘਟ ਗਿਆ। ਜਿਹੜੀ ਫਸਲ ਉਦੋਂ ਮੌਕੇ ਦੀ ਸੀਗੀ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਦੋਂ DAP ਦੀ ਕਮੀ ਆਈ ਆ, ਸ਼ਾਰਟੇਜ ਆਈ ਆ। DAP ਦੀ ਸ਼ਾਰਟੇਜ ਆਈ, ਫਿਰ ਰੇਟਸ ਦੀ ਗੱਲ ਹੋਈ। ਚਲੋ ਸਬਸਿਡੀ ਦੇ ਕੇ ਫਿਰ ਕਹਿੰਦੇ ਜੀ 1200 ਜਾਂ ਜੋ ਵੀ ਅਮਾਊਂਟ ਉਹਦੇ 'ਤੇ ਸੈੱਟ ਕਰਤਾ ਕਿ ਅਸੀਂ ਇਸੇ ਅਮਾਊਂਟ 'ਤੇ ਦੇਵਾਂਗੇ। ਫਿਰ ਫਰਕ ਕੀਤਾ ਐਂ ਗਿਆ ਕਿ ਇੱਕ ਤਰ੍ਹਾਂ ਅਹਿਸਾਨ ਸ਼ੋਅ ਕੀਤਾ। ਟਾਈਮ ਨਿਕਲ ਚੁੱਕਿਆ ਸੀ, ਉਹਨਾਂ ਨੂੰ ਲੱਗਿਆ ਕਿ ਹੁਣ ਇਹ DAP ਵਾਲਾ ਕਾਫੀ ਮੈਟਰ ਚੱਲ ਗਿਆ। ਹੁਣ ਲੈਟਸ ਅਨਦਰ ਅਗਲਾ ਟ੍ਰੇਲਰ ਦਿਖਾਈਏ ਕਿਸਾਨਾਂ ਨੂੰ। ਅਗਲਾ ਟ੍ਰੇਲਰ ਕੀ ਦਿਖਾਇਆ? ਅਗਲਾ ਟ੍ਰੇਲਰ ਦਿਖਾਇਆ ਯੂਰੀਆ ਦਾ। ਯੂਰੀਆ ਦਾ ਟ੍ਰੇਲਰ ਇਸ ਤਰ੍ਹਾਂ ਸੀ, ਇੱਕ ਤਰੀਕਾ ਸੈੱਟ ਕਰਤਾ ਕਿ ਤੁਸੀਂ ਆਧਾਰ ਕਾਰਡ ਨਾਲ ਲਿੰਕ ਕਰਕੇ ਯੂਰੀਆ ਦੇਣਾ। ਤੁਸੀਂ ਤੁਹਾਨੂੰ ਵੀ ਪਤਾ ਕਿ ਯੂਰੀਆ ਜਿਹੜੀ ਆ, DAP ਐਂਡ ਯੂਰੀਆ ਦੇ ਬੋਥ ਐਕਟ ਲਾਈਕ ਅ ਕੈਟਲਿਸਟ ਟੂ ਦਾ ਕ੍ਰੌਪਸ। ਇੱਕ ਕ੍ਰੌਪ ਦੀ ਤਰ੍ਹਾਂ, ਇੱਕ ਕ੍ਰੌਪ ਨੂੰ ਕੈਟਲਿਸਟ ਦੀ ਤਰ੍ਹਾਂ ਐਕਟ ਕਰਦੇ ਆ। ਅਤੇ ਜਦੋਂ ਇਹ ਨਾ ਮਿਲਣ ਤਾਂ ਜਿਹੜਾ ਫਸਲਾਂ ਦੇਖਦੇ ਆ, ਇਹ ਵਿਚਾਰੀਆਂ ਕੁਆਂਟਿਟੀ ਅਤੇ ਕੁਆਲਿਟੀ 'ਚ ਡਾਊਨਗ੍ਰੇਡ ਹੋ ਜਾਂਦਾ ਹੈ, ਲੋ ਹੋ ਜਾਂਦੀ ਹੈ ਕੁਆਂਟਿਟੀ ਵੀ ਇਹਨਾਂ ਦੀ ਅਤੇ ਕੁਆਲਿਟੀ ਵੀ। ਹੁਣ ਕਰੋ ਦਿੱਲੀ DAP ਵਾਲੀ ਪ੍ਰੋਬਲਮ ਸ਼ਾਰਟੇਜ, ਫਿਰ ਯੂਰੀਆ ਸ਼ਾਰਟੇਜ, ਫਿਰ ਵਾਰੀ ਆਉਂਦੀ ਆ ਇਲੈਕਟ੍ਰੀਸਿਟੀ। ਫਾਰਮਿੰਗ ਸੈਕਟਰ ਨੂੰ ਜਿਹੜੀ ਇਲੈਕਟ੍ਰੀਸਿਟੀ ਆ ਉਹ ਇੰਨੀ ਘਟਾ ਦਿੱਤੀ ਜਾਂਦੀ ਆ ਕਿ ਜਿਹੜਾ ਪੈਡੀ ਸੀਜ਼ਨ ਆ ਉਹਦੇ ਲਈ ਫਾਰਮਰਸ ਨੂੰ ਆਪਣੇ ਫਾਰਮ ਜਿਹੜੇ ਆ ਉਹ ਇਰੀਗੇਟ, ਉਹਨਾਂ ਨੂੰ ਪਾਣੀ ਜਨਰੇਟਰਸ ਨਾਲ ਦੇਣਾ ਪੈਂਦਾ, ਕਿਉਂਕਿ ਪੈਡੀ ਇਜ਼ ਅ ਕ੍ਰੌਪ which needs water continuously even during sowing season and afterwards too। ਉਹਨੂੰ ਪਾਣੀ
ਪਾਣੀ ਰੱਖਣਾ ਪੈਂਦਾ। ਤੇ ਜਿਹੜਾ ਕਹਿੰਦੇ ਨਾ ਪਾਣੀ ਦੀ ਸ਼ਾਰਟੇਜ ਆਉਂਦੀ ਆ, ਪਾਣੀ ਦੀ ਸ਼ਾਰਟੇਜ ਵੀ ਝੋਨੇ ਲਾਉਣ ਨਾਲ ਉਹਨਾਂ ਨੂੰ ਮੈਂ ਇੱਕ ਗੱਲ ਦੱਸ ਦਿੰਦਾ, ਵਾਟਰ ਇਜ਼ ਅ ਨੈਚੁਰਲ ਰਿਸੋਰਸ ਐਂਡ ਇੱਕ ਸਾਈਕਲ 'ਚ ਆ। ਪੈਡੀ ਨਾਲ ਸ਼ਾਰਟੇਜ ਨਹੀਂ ਆਉਂਦੀ। ਬੇਸਿਕਲੀ ਸ਼ਾਰਟੇਜ ਕਿਉਂ ਆਉਂਦੀ ਆ? ਸ਼ਾਰਟੇਜ ਆਉਂਦੀ ਆ ਜਦੋਂ ਇਲੈਕਟ੍ਰੀਸਿਟੀ ਤੁਸੀਂ ਪਿੱਛੋਂ ਜਿਹੜਾ ਵੀ ਸਿਸਟਮ ਇਹਨੂੰ ਫੋਲੋ ਅਪ ਕਰਦਾ ਫਾਰਮਿੰਗ ਸੈਕਟਰ ਨੂੰ ਇਲੈਕਟ੍ਰੀਸਿਟੀ ਦੇਣ ਲਈ, 2 ਘੰਟੇ ਲਾਈਟ ਆ ਗਈ, 2 ਘੰਟੇ ਚਲੀ ਗਈ। ਜਦੋਂ ਇਸ ਤਰ੍ਹਾਂ ਹੁੰਦਾ ਤਾਂ ਕੀ ਹੁੰਦਾ? ਵਾਟਰ ਲਾਸ ਹੁੰਦਾ। ਕਹਿ ਲਓ ਥੋੜ੍ਹੀ ਦੂਰ ਤੱਕ ਗਿਆ ਪਾਣੀ, ਫਿਰ ਉਸ ਤੋਂ ਬਾਅਦ ਲਾਈਟ ਚਲੀ ਗਈ, ਉੱਤੋਂ ਪਾਣੀ ਸੁੱਕ ਗਿਆ, ਫਿਰ 2 ਘੰਟੇ ਚਲੀ ਗਈ, ਫਿਰ ਉੱਥੋਂ ਤੱਕ ਪਹੁੰਚਦਾ ਉਦੋਂ ਫਿਰ ਚਲੀ ਜਾਂਦੀ ਹੈ। ਸਿਸਟਮ ਸਮਝ ਆ ਗਿਆ ਤੁਹਾਨੂੰ? ਉਹਦੇ ਕਰਕੇ ਵਾਟਰ ਲਾਸ ਹੁੰਦਾ। ਇਹ ਵਾਟਰ ਲਾਸ ਨਾ ਹੋਵੇ ਨਾ, ਜਿਹੜਾ ਸਿਸਟਮ ਨੂੰ ਫੋਲੋ ਕਰਦਾ, ਜੇ ਆਹ ਚੀਜ਼ ਨੂੰ ਧਿਆਨ 'ਚ ਰੱਖੇ ਤਾਂ ਆਹ ਜਿਹੜੇ ਮੋਟਰਾਂ ਚੱਲਦੀਆਂ ਇਹਦੇ 'ਤੇ ਤੁਸੀਂ ਵੀ ਸਵਾਲ ਕਰਨੇ, ਜਿਹੜੇ ਏਸੀ ਵਾਲੇ ਕਮਰਿਆਂ 'ਚ ਬੈਠੇ ਵਿਦਵਾਨ ਕਹਾਉਂਦੇ ਆ, ਬੜੇ ਵੱਡੇ ਰਹੇ ਵੀ ਆ, ਨੋ ਡਾਊਟ, ਅੱਛੀਆਂ ਗੱਲਾਂ ਕੀਤੀਆਂ, ਬਟ ਉਹ ਆ ਵੀ ਕਹਿਣਾ ਸ਼ੁਰੂ ਕਰਤਾ, ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੂੰਗਾ। ਉਹ ਆ ਕਹਿ ਰਹੇ ਕਿ ਵਾਟਰ ਲਾਸ ਹੋ ਰਿਹਾ ਅਤੇ ਕੱਲ੍ਹ ਨੂੰ ਪਾਣੀ ਖਤਮ ਹੋ ਸਕਦਾ। ਐਂ ਨਹੀਂ ਖਤਮ ਹੁੰਦਾ, ਖਤਮ ਇਸ ਪੋਲਿਸੀ ਕਰਕੇ ਹੋਊਗਾ। ਜੇ ਹੋਇਆ 2 ਘੰਟੇ ਲਾਈਟ ਚਲੀ ਗਈ ਇਕੱਠੀ ਇਨ ਕੰਟੀਨਿਊਸ ਵੇ, ਜੇ ਲਾਈਟ ਆਊਗੀ ਤਾਂ ਵੀ ਵਿਲ ਬੀ ਏਬਲ ਟੂ ਇਰੀਗੇਟ ਆਰ ਫਾਰਮਸ ਟੂ ਦਾ ਫੁੱਲ। ਪੂਰਾ ਇਰੀਗੇਟ ਹੋ ਜਾਊਗਾ, ਸਾਨੂੰ ਪ੍ਰੋਬਲਮ ਨਹੀਂ ਆਊਗੀ, ਨਾ ਹੀ ਆਊਗੀ ਸਿਸਟਮ ਨੂੰ, ਅਤੇ ਨਾ ਹੀ ਆਊਗੀ ਨੈਚੁਰਲ ਰਿਸੋਰਸਿਸ 'ਚ ਕੋਈ ਪ੍ਰੋਬਲਮ। ਹੁਣ ਇਸ ਧਿਆਨ ਜੇ ਹੁਣ ਵੀ ਜਿਹੜੇ ਇਲੈਕਟ੍ਰੀਸਿਟੀ ਹੈ ਕੋਈ ਪਤਾ ਨਹੀਂ, ਹੁਣ ਅੱਜ ਮੈਂ ਤੁਹਾਨੂੰ ਦੇਖਿਆ ਟਿਊਬਵੈਲਸ ਆ ਵਰਕਿੰਗ ਚੱਲ ਰਹੀਆਂ, ਟਿਊਬਵੈਲਸ ਪਾਣੀ ਕੱਢ ਰਹੀਆਂ, ਪਰ ਕੋਈ ਪਤਾ ਨਹੀਂ ਕਦੋਂ ਲਾਈਟ ਚਲੀ ਜਾਵੇ। ਇਹਦਾ ਤਾਂ ਸਿਸਟਮ ਉਹੀ ਆ, ਕਦੇ ਚਲੀ ਗਈ ਆ ਗਈ, ਉਹਦੇ ਕਰਕੇ ਵੀ ਆਰ ਫੇਸਿੰਗ ਹਿਊਜ ਪ੍ਰੋਬਲਮਸ। ਸੋ ਮੈਂ ਤੁਹਾਨੂੰ ਫਾਰਮਿੰਗ ਪ੍ਰੋਬਲਮਸ ਕਰਾਉਣੀਆਂ ਸੀ। ਮੈਂ ਅੱਜ ਵੋਕ 'ਤੇ ਆਇਆ, ਰੋਜ਼ ਹੀ ਆਉਣਾ, ਬਟ ਆਈ ਥਿੰਕ ਮੈਨੂੰ ਅੱਜ ਲੱਗਿਆ ਕਿ ਆਈ ਸ਼ੁੱਡ ਡਿਸਕਸ ਪ੍ਰੋਬਲਮਸ ਵਿਦ ਯੂ ਆਲ। ਫਾਰਮਰਸ ਜਿਹੜੇ ਫੇਸ ਕਰ ਰਹੇ ਆ, ਕਹਿ ਦਿੰਦੇ ਆ ਇਟਸ ਅ ਪ੍ਰੀਟੀ ਹੈਕਟਿਕ ਜੋਬ ਟੂ ਡੂ ਫਾਰਮਿੰਗ। ਪਹਿਲਾਂ ਇਟ ਵਾਜ਼ ਅ ਹਾਰਡ ਵਰਕਿੰਗ ਜੋਬ, ਨਾਓ ਇਹ ਇੱਕ ਹੈਕਟਿਕ ਜੋਬ ਵੀ ਬਣ ਗਿਆ। ਨਾਓ ਇਟਸ ਹਾਰਡ ਵਰਕਿੰਗ ਪਲੱਸ ਹੈਕਟਿਕ ਜੋਬ, ਜਿਹੜੇ ਆਈ ਥਿੰਕ ਫਾਰਮਰਸ ਖੁਦ ਹੀ ਕਰ ਸਕਦੇ ਆ। ਨਵੇਂ ਫਾਰਮਰਸ ਜਿਹੜੇ ਆ ਉਹਨਾਂ ਦੇ ਜਿਹੜੇ ਗਾਂ ਹਾਈਜ਼ ਆ, ਉਹ ਇਹ ਕੰਮ ਕਰਨਾ ਨਹੀਂ ਚਾਹੁੰਦੇ, ਉਹ ਨਹੀਂ ਕਰਨਾ ਚਾਹੁੰਦੇ ਬਿਕੋਜ਼ ਆਫ ਆਲ ਦੀਜ਼ ਰੀਜ਼ਨਸ। ਇਹ ਕਿਉਂ ਕੀਤਾ ਜਾ ਰਿਹਾ? ਸ਼ਾਰਟੇਜਿਸ, ਇਲੈਕਟ੍ਰੀਸਿਟੀ ਨੂੰ ਇੱਕ ਸਾਈਡ 'ਤੇ ਰੱਖ ਦਿਓ, ਇਟਸ ਅ ਸਟੇਟ ਮੈਟਰ, ਬਟ ਬਾਕੀ ਚੀਜ਼ਾਂ ਨੂੰ ਤੁਸੀਂ ਵਾਈਂਡ ਅਪ ਕਰੋ ਆਪਦੇ ਮਨ 'ਚ। DAP ਸ਼ਾਰਟੇਜ, ਯੂਰੀਆ ਸ਼ਾਰਟੇਜ, ਕਦੇ ਕਲੌਜ਼ਿਸ। ਦਿੱਲੀ ਅਸੀਂ ਪਹਿਲਾਂ ਹੀ ਬੈਠੇ ਸੀ, ਉਹਦਾ ਕਾਰਨ ਕੀ ਸੀ? ਇਹ ਸਾਰਾ ਕੁਝ ਕਿਉਂ ਹੋ ਰਿਹਾ ਤੁਹਾਨੂੰ ਉਹ ਦੱਸ ਰਿਹਾ। ਇਹ ਹੋ ਰਿਹਾ, ਆਪਦੇ ਕੌਨਸ਼ੀਅਸ ਨੂੰ ਪੁੱਛੋ, ਸ਼ਾਇਦ ਮੈਨੂੰ ਜਵਾਬ ਦੇਣ ਦੀ ਲੋੜ ਨਹੀਂ। ਇਹ ਸ਼ਾਰਟੇਜ ਇੱਕ ਕਿਸੇ ਕੰਮ ਲਈ ਮਜਬੂਰ ਸ਼ਾਇਦ ਕਰਨਾ ਹੋ ਜਾਂਦਾ। ਕੰਟਰੈਕਟ ਜਦੋਂ ਕਹਿੰਦੇ ਨਾ ਬਾਣੀ ਨੇ ਕੰਟਰੈਕਟ ਲਿਖਾਉਣਾ ਹੋਵੇ, ਕੋਈ ਜੇ ਉਹਨੇ ਕਰਨਾ ਹੋਵੇ, ਪੈਲੀ ਖਰੀਦਣੀ ਹੋਵੇ, ਤਾਂ ਤੁਹਾਨੂੰ ਪਹਿਲਾਂ ਹੀ ਮਾਇਆ ਦੇਣ ਲੱਗ ਪੈਂਦਾ, ਜਾਂ ਤਾਂ ਮਾਇਆ ਦੇ ਕੇ ਮਜਬੂਰ ਕਰ ਦਿੰਦਾ ਮਿੱਠੇ ਤਰੀਕੇ ਨਾਲ, ਅਤੇ ਜਾਂ ਫਿਰ ਤੁਹਾਨੂੰ ਇਸ ਤਰ੍ਹਾਂ ਮਜਬੂਰ ਕਰ ਦਿੱਤਾ ਜਾਂਦਾ, ਪਰ ਮਾਇਆ ਦਿੱਤੀ ਨਹੀਂ ਜਾਂਦੀ, ਜਾਂ ਜਿਹੜੀ ਮਾਇਆ ਤੁਹਾਡੀ ਹੱਕ ਦੀ ਹੁੰਦੀ ਉਹ ਵੀ ਨਹੀਂ, ਉਹ ਲੇਟ ਦਿੱਤੀ ਜਾਂਦੀ ਹੈ ਕਿ ਫਾਈਨਲੀ ਤੁਹਾਨੂੰ ਅੱਕ ਕੇ ਆਪਦੀ ਮਾਂ ਵਰਗੀ ਜ਼ਮੀਨ ਆ ਉਹ ਛੱਡਣੀ ਪੈਂਦੀ ਆ। ਮੈਂ ਕਹਿ ਨਹੀਂ ਸਕਦਾ, ਤੁਸੀਂ ਸਮਝ ਹੀ ਗਏ ਹੋ। ਤਾਂ ਇੱਕ ਤਾਂ ਮਜਬੂਰ ਕੀਤਾ ਜਾ ਰਿਹਾ ਸੀ ਕਿਸਾਨਾਂ ਨੂੰ, ਬਟ ਕਿਸਾਨ ਵੀ ਠੰਡੇ ਵਰਤੇ ਆ, ਉਹਨਾਂ ਨੂੰ ਸਭ ਪਤਾ। ਟੂਡੇਜ਼ ਫਾਰਮਰ ਇਜ਼ ਪ੍ਰੀਟੀ ਮੱਚ ਐਡੂਕੇਟਿਡ, ਅਤੇ ਜੇ ਅੱਜ ਦਾ ਕਿਸਾਨ ਐਡੂਕੇਟਿਡ ਆ ਤਾਂ ਉਹ ਆਪਦੇ ਆਪ ਵੀ ਸਮਝ ਰਿਹਾ ਕਿ ਸਿਸਟਮ 'ਚ ਕੀ ਚੱਲ ਰਿਹਾ। ਅਤੇ ਜਿਹੜਾ ਵਿਦਵਾਨ, ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕਰੂੰਗਾ, ਪਲੀਜ਼ ਵਾਟਰ ਲੋਸ ਕਹਿ ਕੇ ਕਿ ਹੋ ਰਿਹਾ, ਕੱਲ੍ਹ ਨੂੰ ਪਾਣੀ ਨਹੀਂ ਮਿਲਣਾ, ਗੁੰਮਰਾਹ ਨਾ ਕਰੋ। ਕਿਸਾਨ ਪਹਿਲਾਂ ਹੀ ਮਰਿਆ ਹੋਇਆ,
ਜੇ ਗੱਲਾਂ ਕਹਿਣੀਆਂ ਤਾਂ ਇੱਕ ਪਹਿਲਾਂ ਪ੍ਰੋਪਰ ਪਲਾਨ ਲੈ ਕੇ ਆਓ, ਜਿਹਦੇ ਨਾਲ ਕਿਸਾਨ ਫਾਰਮਰ ਵੀ ਫਲਰਿਸ਼ ਕਰੇ, ਅੱਛਾ ਨੂੰ ਮਿਲੇ, ਉਹਨੂੰ ਜਿਹੜਾ ਉਹਦਾ ਹੱਕ ਦੀ ਕਮਾਈ ਆ ਜਿਹੜੀ ਉਹ ਤੋਂ ਖੋਈ ਨਾ ਜਾਵੇ। ਤੇ ਵਾਟਰ ਲੋਸ ਜਿਹੜਾ ਮੈਂ ਤੁਹਾਨੂੰ ਸਿਸਟਮ ਦੱਸਿਆ ਬੇਸਿਕਲੀ ਇਹਦੇ ਨਾਲ ਹੁੰਦਾ, ਐਵੇਂ ਪਾਣੀ ਨਹੀਂ ਖਤਮ ਹੁੰਦਾ। ਤੇ ਏਸੀ ਵਾਲੇ ਰੂਮ 'ਚ ਬੈਠ ਕੇ ਉਹ ਕਹਿੰਦਾ, ਵਿਦਵਾਨ ਨੂੰ ਮੈਂ ਸੁਣ ਰਿਹਾ ਸੀ, ਉਹਦੀ ਇੰਟਰਵਿਊ ਆ ਰਹੀ ਸੀ ਕਿ ਜੀ ਮੈਂ ਪਹਿਲਾਂ ਲਾਈਵ ਇੰਟਰੈਕਸ਼ਨਸ ਕਰਦਾ ਹੁੰਦਾ ਸੀ, ਬਾਅਦ 'ਚ ਮੈਨੂੰ ਲੋਕਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਫਿਰ ਇਹੀ ਆ ਨਾ ਕਿ ਜਦੋਂ ਤੁਸੀਂ ਆਪਣੇ ਲੋਕਾਂ ਦੇ ਖਿਲਾਫ ਹੀ ਬੋਲੋਗੇ, ਉਹ ਵੀ ਗਲਤ ਮੈਟਰ, ਤਾਂ ਤੁਹਾਨੂੰ ਇਹ ਕੁਝ ਸੁਣਨ ਨੂੰ ਮਿਲੂਗਾ, ਕਿਉਂਕਿ ਤੁਸੀਂ ਗਲਤ ਵੇਚ, ਤੁਸੀਂ ਸਭ ਜਾਣਦੇ ਹੋਏ ਵੀ ਜਾਣ ਬੁੱਝ ਕੇ ਸਰਕਾਰਾਂ ਨੂੰ ਖੁਸ਼ ਕਰ ਲਈ ਜਾਂ ਕੋਈ ਖਾਸ ਧਿਰ ਨੂੰ ਖੁਸ਼ ਕਰ ਲਈ ਗਲਤ ਐਕਸਪਲੇਨੇਸ਼ਨ ਦੇ ਰਹੇ ਹੋ ਤੇ ਉਹਨੂੰ ਕਹਿ ਰਹੇ ਹੋ ਕਿ ਉਹ ਸਹੀ ਹੈ, ਤਾਂ ਫਿਰ ਆਈ ਹੋਊਗਾ। ਦੇਖੋ ਲਾਈਟ ਇਲੈਕਟ੍ਰੀਸਿਟੀ ਵਾਸ ਗੋਨ। ਮੈਂ ਤੁਹਾਨੂੰ ਇਹ ਤਾਂ ਦੱਸ ਰਿਹਾ ਨਾ ਕਿ ਇਹ ਪ੍ਰੋਬਲਮ ਸਾਨੂੰ ਫੇਸ ਕਰਨੀ ਪੈ ਰਹੀ ਹੈ। ਸੋ ਇਹ ਚੀਜ਼ਾਂ ਤਾਂ ਚੱਲਦੀਆਂ ਰਹਿਣੀਆਂ, ਇਹਦੇ ਲਈ ਆਪਾਂ ਨੂੰ ਵੋਇਸ ਰੇਜ਼ ਕਰਨੀ ਪਊਗੀ, ਸਾਨੂੰ ਆਪਣੇ ਸਿਸਟਮ ਨੂੰ, ਆਪਣੇ ਆਪ ਨੂੰ ਟਾਈਮ ਨਾਲ ਚੇਂਜ ਕਰਦੇ ਰਹਿਣਾ ਪਊਗਾ ਅਤੇ ਕਰਦੇ ਰਹੋ। ਦਿਲ ਛੱਡਣ ਦੀ ਲੋੜ ਨਹੀਂ, ਟਾਈਮ ਹੋ ਗਿਆ, ਦਿੱਲੀ ਜਿਵੇਂ ਘੇਰਿਆ, ਕੋਈ ਨਹੀਂ, ਜੰਗ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ। ਅਤੇ ਇਹੀ ਕਹੂੰਗਾ ਮੈਂ ਤਾਂ, ਕਿਉਂਕਿ ਮੈਨੂੰ ਪਤਾ ਜਿੱਤਾਂਗੇ। ਜਦੋਂ ਬੰਦਾ ਧਾਰ ਲੇ ਤਾਂ ਫਿਰ ਨਹੀਂ ਹਾਰਦਾ ਹੁੰਦਾ। ਬਾਕੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਾਂ ਸੱਚੇ ਕਿਸਾਨਾਂ ਨਾਲ, ਜਿਨ੍ਹਾਂ ਨੇ, ਬਾਬੇ ਨਾਨਕ ਨੇ ਖੇਤੀ ਨੂੰ ਕਿਹਾ ਸੀਗਾ ਉੱਤਮ ਖੇਤੀ ਮੱਧਮ ਵਪਾਰ, ਤਾਂ ਖੇਤੀ ਉਸ ਵਾਹਿਗੁਰੂ ਦੇ ਬੋਲ ਕਦੇ ਝੂਠੇ ਨਹੀਂ ਹੋ ਸਕਦੇ। ਖੇਤੀ ਉੱਤਮ ਰਹੂਗੀ ਚਾਹੇ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਦੇ। ਤਾਂ ਚਲੋ ਫਰੈਂਡਸ, ਮੇਰੀ ਵਾਕ ਪੂਰੀ ਹੋ ਚੁੱਕੀ ਆ, ਮੈਂ ਤੁਹਾਨੂੰ ਜਲਦੀ ਮਿਲੂੰਗਾ। ਅਤੇ ਆਪਣੇ ਰਿਵਿਊਜ਼ ਜ਼ਰੂਰ ਦਿਓ, ਜੋ ਮੈਂ ਤੁਹਾਨੂੰ ਐਕਸਪਲੇਨੇਸ਼ਨ ਅੱਜ ਦਿੱਤੀ, ਤੁਹਾਨੂੰ ਦੱਸੀਆਂ ਕਈ ਗੱਲਾਂ। ਅਤੇ ਮਿਲਦੇ ਹਾਂ ਜਲਦੀ ਨੈਕਸਟ ਵਲੌਗ ਨਾਲ। ਅੱਗੇ ਦੇਖ ਲਓ।